ਓਮ ਸ਼ਾਂਤੀ। ਅੱਜ ਹੈ 20/3/2022 ਦੀ ਅਵਿਅਕਤ ਬਾਪ ਦਾਦਾ ਦੀ ਮਹਾਵਾਕਿਆ ਰਿਵਾਈਜ਼ ਮੁਰਲੀ ਹੈਗੀ 1/3/1990 ਦੀ। ਅੱਜ ਬਾਪ ਦਾਦਾ ਨੇ ਆਖਿਆ, ਬ੍ਰਾਹਮਣ ਜੀਵਨ ਦਾ ਫਾਊਂਡੇਸ਼ਨ ਦਿਵਯ ਬੁੱਧੀ ਅਤੇ ਰੂਹਾਨੀ ਦ੍ਰਿਸ਼ਟੀ। ਅੱਜ ਦਿਵਯ ਬੁੱਧੀ ਵਿਦਾਤਾ ਬਾਪ ਅਤੇ ਰੂਹਾਨੀ ਦ੍ਰਿਸ਼ਟੀ ਦਾਤਾ ਬਾਪ ਦਾਦਾ ਚਾਰੋਂ ਪਾਸਿਆਂ ਦੀ ਦਿਵਯ ਬੁੱਧੀ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵੇਖ ਰਹੇ ਸਨ। ਹਰ ਇੱਕ ਬ੍ਰਾਹਮਣ ਬੱਚੇ ਨੂੰ ਇਹ ਦੋਵੇਂ ਵਰਦਾਨ ਬ੍ਰਾਹਮਣ ਜਨਮ ਤੋਂ ਹੀ ਪ੍ਰਾਪਤ ਹੁੰਦੇ ਹਨ। ਦਿਵਯ ਬੁੱਧੀ ਅਤੇ ਰੂਹਾਨੀ ਦ੍ਰਿਸ਼ਟੀ, ਇਹ ਬਰਥ ਰਾਈਟ ਸਭ ਨੂੰ ਮਿਲਿਆ ਹੋਇਆ ਹੈ। ਇਹ ਵਰਦਾਨ ਬ੍ਰਾਹਮਣ ਜੀਵਨ ਦਾ ਫਾਊਂਡੇਸ਼ਨ ਹਨ। ਜੀਵਨ ਪਰਿਵਰਤਨ व ਮਰਜੀਵਾ ਜਨਮ, ਬ੍ਰਾਹਮਣ ਜੀਵਨ, ਇਹ ਦੋਵਾਂ ਪ੍ਰਾਪਤੀਆਂ ਨੂੰ ਹੀ ਆਖਿਆ ਜਾਂਦਾ ਹੈ। ਪਾਸਟ ਜੀਵਨ ਔਰ ਵਰਤਮਾਨ ਬ੍ਰਾਹਮਣ ਜੀਵਨ, ਦੋਵਾਂ ਦਾ ਅੰਤਰ ਇਨ ਦੋਨਾਂ ਗੱਲਾਂ ਤੋਂ ਵਿਸ਼ੇਸ਼ ਹਨ। ਇਹ ਦੋਵੇਂ ਗੱਲਾਂ ਤੇ ਉੱਤੇ ਸੰਗਮ ਯੁਗੀ ਪੁਰਸ਼ਾਰਥੀਆਂ ਦਾ ਨੰਬਰ ਬਣਦਾ ਹੈ। ਇਨ ਦੋਵਾਂ ਗੱਲਾਂ ਨੂੰ ਸਦਾ ਹਰ ਸੰਕਲਪ ਵਿੱਚ, ਬੋਲ ਵਿੱਚ, ਕਰਮ ਵਿੱਚ ਜਿੰਨਾ ਯੂਜ਼ ਕਰਦੇ ਹੋ ਉਨਾ ਹੀ ਨੰਬਰ ਅੱਗੇ ਵੱਧਦਾ ਜਾਂਦਾ ਹੈ। ਰੂਹਾਨੀ ਦ੍ਰਿਸ਼ਟੀ ਤੇ ਦ੍ਰਿਸ਼ਟੀ ਤੋਂ ਵ੍ਰਿਤੀ, ਵ੍ਰਿਤੀ ਤੋਂ ਕ੍ਰਿਤੀ ਆਪੇ ਹੀ ਬਦਲ ਜਾਂਦੀ ਹੈ। ਦਿਵਯ ਬੁੱਧੀ ਨਾਲ ਸਵ ਪ੍ਰਤੀ, ਸੇਵਾ ਪ੍ਰਤੀ, ਬ੍ਰਾਹਮਣ ਪਰਿਵਾਰ ਦੇ ਸੰਬੰਧ ਸੰਪਰਕ ਪ੍ਰਤੀ ਸਦਾ ਅਤੇ ਸਵਤः ਹਰ ਗੱਲ ਲਈ ਨਿਰਣੈ ਯਥਾਰਥ ਹੁੰਦਾ ਜਾਂਦਾ ਹੈ। ਔਰ ਜਿੱਥੇ ਦਿਵਯ ਬੁੱਧੀ ਦੁਆਰਾ ਯਥਾਰਥ ਨਿਰਣੈ ਹੁੰਦੇ ਨੇ, ਨਿਰਣੈ ਦੇ ਆਧਾਰ ਤੇ ਵੀ ਸਵ ਸੇਵਾ, ਸੰਬੰਧ ਸੰਪਰਕ ਯਥਾਰਥ ਸ਼ਕਤੀਸ਼ਾਲੀ ਆਪੇ ਹੀ ਬਣ ਜਾਂਦੇ ਹਨ। ਮੂਲ ਗੱਲ ਹੈਗੀ ਦ੍ਰਿਸ਼ਟੀ ਅਤੇ ਦਿਵਯ ਬੁੱਧੀ ਦੀ। ਅੱਜ ਬਾਪ ਦਾਦਾ ਨੇ ਵੇਖਿਆ, ਸਾਰੇ ਬੱਚਿਆਂ ਦੀ ਦਿਵਯ ਬੁੱਧੀ ਨੂੰ ਚੈੱਕ ਕਰ ਰਹੇ ਸਨ। ਸਭ ਤੋਂ ਪਹਿਲਾਂ ਦਿਵਯ ਬੁੱਧੀ ਦੀ ਪਹਿਲੀ ਪਰਖ, ਉਹ ਸਦਾ ਬਾਪ ਨੂੰ, ਆਪਣੇ ਆਪ ਨੂੰ ਅਤੇ ਹਰ ਬ੍ਰਾਹਮਣ ਆਤਮਾ ਨੂੰ ਜਿਹੋ ਜੀ ਹੈ, ਜਿਵੇਂ ਦੀ ਹੈ, ਉਹੋ ਜਿਹਾ ਜਾਣ ਕੇ ਉਸ ਰੂਪ ਵਿੱਚ ਬਾਪ ਤੋਂ ਜਿੰਨਾ ਲੈਣਾ ਚਾਹੀਦਾ ਹੈ ਉਹ ਅਧਿਕਾਰ ਸਦਾ ਪ੍ਰਾਪਤ ਕਰਦੇ ਰਹਿੰਦੇ ਹਨ। ਜਿਹੜੇ ਬਾਪ ਨੂੰ ਆਪਣਾ ਬਣਾਉਂਦੇ ਹਨ, ਜਿਸ ਦੇ ਕਾਰਨ ਸੇਵਾ 'ਚ ਨਿਮਿਤ ਬਣੇ ਹਨ, ਉਸ ਬਾਪ ਨੇ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾਵਾਂ ਅਤੇ ਦਿਵਯ ਗੁਣ ਵੀ ਦਿੱਤੇ ਹਨ। ਜਿਵੇਂ ਨਿਮਿਤ ਬਣਾਇਆ, ਉਵੇਂ ਹੀ ਆਪਣੇ ਆਪ ਨੂੰ ਪਹਿਚਾਣ ਕੇ ਉਸ ਪ੍ਰਮਾਣ ਅੱਗੇ ਵਧਾਉਂਦੇ ਜਾਂਦੇ ਹਨ। ਇਸ ਨੂੰ ਆਖਿਆ ਜਾਂਦਾ ਹੈ, ਬਾਪ ਨੂੰ, ਆਪਣੇ ਆਪ ਨੂੰ, ਬ੍ਰਾਹਮਣ ਆਤਮਾ ਜਿਹੜੀਆਂ ਵੀ ਹੈਗੀਆਂ, ਜਿਵੇਂ ਦੀ ਵੀ ਹੈਗੀਆਂ, ਉਵੇਂ ਉਸ ਨੂੰ ਜਾਣ ਕੇ ਅੱਗੇ ਵਧਣਾ। ਇਹ ਹੈ ਦਿਵਯ ਬੁੱਧੀ ਦੀ ਪਹਿਲੀ ਪਰਖ। ਦਿਵਯ ਬੁੱਧੀ ਹੋਲੀ ਹੰਸ ਬੁੱਧੀ ਨੂੰ ਵੀ ਕਿਹਾ ਜਾਂਦਾ ਹੈ। ਹੰਸ ਅਰਥਾਤ ਸਵੱਛਤਾ, ਸ਼ੀਰ ਅਤੇ ਨੀਰ ਨੂੰ, ਮੋਤੀ ਅਤੇ ਪੱਥਰ ਨੂੰ ਪਹਿਚਾਣ ਕੇ ਮੋਤੀ ਗ੍ਰਹਿਣ ਕਰਨ ਵਾਲੇ ਜਾਣਦੇ ਹਨ ਕਿ ਇਹ ਕੰਕੜ ਹਨ, ਇਹ ਮੋਤੀ ਨਹੀਂ ਹੈਗੇ, ਲੇਕਿਨ ਕੰਕੜ ਨੂੰ ਧਾਰਨ ਨਹੀਂ ਕਰਨਾ। ਇਸ ਲਈ ਹੋਲੀ ਹੰਸ ਸੰਗਮ ਯੁਗੀ ਗਿਆਨ ਸਵਰੂਪ ਵਿਦਿਆ ਦੀ ਦੇਵੀ ਸਰਸਵਤੀ ਦਾ ਬਾਣ ਵਿਖਾਇਆ ਜਾਂਦਾ ਹੈ। ਆਪ ਸਭੀ ਗਿਆਨ ਸਵਰੂਪ ਹੋ ਗਏ ਹੋਣਾ, ਇਸ ਲਈ ਵਿਦਿਆਪਤੀ ਜਾਂ ਵਿਦਿਆ ਦੇਵੀ ਹੋ। ਇਹ ਬਾਣ ਦਿਵਯ ਬੁੱਧੀ ਦੀ ਨਿਸ਼ਾਨੀ ਹਨ। ਆਪ ਜੀ ਦੇ ਸਭੀ ਬ੍ਰਾਹਮਣ ਬੱਚਿਆਂ ਦੀ ਬੁੱਧੀ ਯੋਗ ਤਿੰਨਾਂ ਲੋਕਾਂ ਦੀ ਸੈਰ ਕਰਦੀ ਰਹਿੰਦੀ ਹੈ। ਬੁੱਧੀ ਨੂੰ ਹੀ ਵਾਣ ਆਖਿਆ ਜਾਂਦਾ ਹੈ। ਇਹ ਦਿਵਯ ਬੁੱਧੀ ਦਾ ਵਾਣ ਸਾਰੇ ਵਾਣਿਆਂ ਤੋਂ ਸਭ ਤੋਂ ਤੇਜ ਹੈ। ਦਿਵਯ ਬੁੱਧੀ ਨੂੰ ਯੋਗ ਬਲ ਵੀ ਆਖਿਆ ਜਾਂਦਾ ਹੈ, ਕਿਉਂਕਿ ਬੁੱਧੀ ਬਲ ਦੁਆਰਾ ਹੀ ਬਾਪ ਤੋਂ ਸਾਰੀ ਸ਼ਕਤੀਆਂ ਕੈਚ ਹੁੰਦੀਆਂ ਹਨ। ਇਸ ਲਈ ਬੁੱਧੀ ਬਲ ਵੀ ਕਿਹਾ ਜਾਂਦਾ ਹੈ। ਜਿਵੇਂ ਸਾਇੰਸ ਦਾ ਬਲ ਹੈ,
ਸਾਇੰਸ ਦਾ ਬਲ ਕਿੰਨੀ ਹੱਦ ਦੀ ਕਮਾਲ ਵਿਖਾਉਂਦਾ ਰਹਿੰਦਾ ਹੈ। ਕਈ ਗੱਲਾਂ ਵਿੱਚ ਜੋ ਅੱਜ ਮਨੁੱਖ ਨੂੰ ਅਸੰਭਵ ਲੱਗਦੀਆਂ ਹਨ, ਉਹ ਸੰਭਵ ਕਰਕੇ ਵਿਖਾਉਂਦੇ ਹਨ। ਲੇਕਿਨ ਇਹ ਵਿਨਾਸ਼ੀ ਬਲ ਹੈਗਾ। ਸਾਇੰਸ ਬੁੱਧੀ ਬਲ ਹੈਗੀ, ਲੇਕਿਨ ਦਿਵਯ ਬੁੱਧੀ ਬਲ ਨਹੀਂ ਕਿਹਾ ਜਾ ਸਕਦਾ। ਸੰਸਾਰੀ ਬੁੱਧੀ ਹੈਗੀ। ਇਸ ਲਈ ਇਸ ਸੰਸਾਰ ਦੇ ਪ੍ਰਤੀ, ਪ੍ਰਕਿਰਤੀ ਦੇ ਪ੍ਰਤੀ ਵੀ ਸੋਚ ਚੰਗੀ ਰੱਖਣੀ ਹੈਗੀ। ਤੁਸੀਂ ਕਰ ਸਕਦੇ ਹੋ, ਬਸ ਇਮਰਜ ਰੱਖਣਾ ਹੈ। ਅਸੀਂ ਦਿਵਯ ਬੁੱਧੀ ਬਲ ਮਾਸਟਰ ਸਰਵ ਸ਼ਕਤੀਵਾਨ ਬਣਦੇ ਹਾਂ। ਪਰਮਾਤਮ ਪਹਿਚਾਨ, ਪਰਮਾਤਮ ਮਿਲਣ, ਪਰਮਾਤਮ ਪ੍ਰਾਪਤੀ ਦੀ ਅਨੁਭੂਤੀ ਕਰਾਣੀ ਹੈ। ਦਿਵਯ ਬੁੱਧੀ ਜੋ ਚਾਹੇ ਸੋ ਕਰਾ ਸਕਦੀ ਹੈ। ਅਸੰਭਵ ਗੱਲਾਂ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ। ਦਿਵਯ ਬੁੱਧੀ ਨਾਲ ਹਰ ਕਰਮ ਵਿੱਚ ਪਰਮਾਤਮ ਪਿਆਰ ਅਨੁਭਵ ਕਰਕੇ ਹਰ ਕਰਮ ਵਿੱਚ ਸਫਲਤਾ ਦਾ ਅਨੁਭਵ ਕਰ ਸਕਦੇ ਹਨ। ਦਿਵਯ ਬੁੱਧੀ ਕੋਈ ਵੀ ਮਾਇਆ ਦਾ ਵਾਰ ਹੋਵੇ, ਹਾਰ ਨਹੀਂ ਖਵਾ ਸਕਦੇ। ਜਿਵੇਂ ਪਰਮਾਤਮ ਟੱਚਿੰਗ ਹੈਗੀ, ਪਿਓਰ ਟੱਚਿੰਗ ਹੈਗੀ, ਮਿਕਸਚਰ ਨਹੀਂ ਕਹਾਂਗੇ, ਐਵੇਂ ਹੀ ਮਾਇਆ ਦੀ ਟੱਚਿੰਗ ਅਥਵਾ ਵਾਰ ਵੀ ਅਸੰਭਵ ਹੈ। ਮਾਇਆ ਦਾ ਆਣਾ ਤੋਂ ਛੱਡੋ, ਲੇਕਿਨ ਮਾਇਆ ਤੁਹਾਨੂੰ ਟੱਚ ਵੀ ਨਹੀਂ ਕਰ ਸਕਦੀ। ਮਾਇਆ ਦਿਵਯ ਬੁੱਧੀ ਦੇ ਅੱਗੇ ਸਫਲਤਾ ਦੀ ਵਰਮਾਲਾ ਬਣ ਜਾਂਦੀ ਹੈ। ਮਾਇਆ ਨਹੀਂ ਰਹਿੰਦੀ। ਜਿਵੇਂ ਦੁਆਪਰ ਤੋਂ ਰਜੋਗੁਣੀ ਰਿਸ਼ੀ ਮੁਨੀ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸਨ, ਫਿਰ ਵੀ ਸ਼ੇਰ ਜਿਹੋ ਆਤਮਾਵਾਂ ਵੀ ਉਹਨਾਂ ਅੱਗੇ ਸ਼ਾਂਤ ਬਹਿ ਜਾਂਦੀਆਂ ਹਨ। ਐਵੇਂ ਹੀ ਸ਼ੇਰ ਸਾਥੀ ਬਣ ਜਾਂਦੇ ਹਨ, ਵਾਣ ਬਣ ਜਾਂਦੇ ਹਨ, ਖਿਲੌਣਾ ਬਣ ਜਾਂਦੇ ਹਨ, ਅਰਥਾਤ ਪਰਿਵਰਤਨ ਹੋ ਜਾਂਦੇ ਹਨ। ਤੇ ਆਪ ਸਤੋ ਪ੍ਰਧਾਨ ਮਾਸਟਰ ਸਰਵ ਸ਼ਕਤੀਵਾਨ ਦਿਵਯ ਬੁੱਧੀ ਵਰਦਾਨੀ ਆਤਮਾਵਾਂ ਅੱਗੇ ਮਾਇਆ ਕਿਉਂ ਨਹੀਂ ਸਰੈਂਡਰ ਕਰੇਗੀ? ਮਾਇਆ ਦੁਸ਼ਮਣ ਤੋਂ ਪਰਿਵਰਤਨ ਹੋ ਜਾਵੇਗੀ। ਦਿਵਯ ਬੁੱਧੀ ਬਲ ਅਤੀ ਸ੍ਰੇਸ਼ਟ ਬਲ ਹੈ। ਸਿਰਫ ਇਸ ਨੂੰ ਯੂਜ਼ ਕਰੋ। ਜਿਵੇਂ ਦਾ ਸਮਾਂ ਉਸ ਵਿਧੀ ਨਾਲ ਯੂਜ਼ ਕਰੋ ਤਾਂ ਸਰਬ ਸਿੱਧੀਆਂ ਤੁਹਾਡੀ ਹਥੇਲੀ ਵਿੱਚ ਹੋਣਗੀਆਂ। ਸਿੱਧੀ ਕੋਈ ਵੱਡੀ ਚੀਜ਼ ਨਹੀਂ ਹੈ, ਸਿਰਫ ਦਿਵਯ ਬੁੱਧੀ ਦੀ ਸਫਾਈ ਕਰੋ। ਜਿਵੇਂ ਅੱਜ ਕੱਲ ਦੇ ਜਾਦੂਗਰ ਹੱਥ ਦੀ ਸਫਾਈ ਵਿਖਾਉਂਦੇ ਹਨ, ਇਹ ਦਿਵਯ ਬੁੱਧੀ ਦੀ ਸਫਾਈ ਵੀ ਸਰਬ ਸਿੱਧੀਆਂ ਨੂੰ ਹਥੇਲੀ ਵਿੱਚ ਕਰ ਲੈਂਦੀ ਹੈ। ਆਪ ਸਭੀ ਬ੍ਰਾਹਮਣ ਆਤਮਾਵਾਂ ਜੀ ਨੂੰ ਸਰਬ ਸਿੱਧੀਆਂ ਪ੍ਰਾਪਤ ਤੇ ਹੁੰਦੀਆਂ ਹੀ ਨੇ, ਲੇਕਿਨ ਦਿਵਯ ਸਿੱਧੀਆਂ ਸਾਧਾਰਨ ਨਹੀਂ ਕਹਾਂਗੇ। ਤਾਂ ਹੀ ਆਪ ਦੀ ਮੂਰਤੀਆਂ ਦੁਆਰਾ ਅੱਜ ਤੱਕ ਵੀ ਭਗਤ ਸਿੱਧੀਆਂ ਪ੍ਰਾਪਤ ਕਰਦੇ ਰਹਿੰਦੇ ਹਨ। ਜੇਕਰ ਸਿੱਧੀ ਸਰੂਪ ਬਣੇ ਹਾਂ ਤਾਂ ਹੀ ਤਾਂ ਭਗਤ ਸਿੱਧੀ ਪ੍ਰਾਪਤ ਕਰਦੇ ਹਨ ਨਾ। ਭਗਤ ਅੱਜ ਤੱਕ ਵੀ ਮੰਗਦੇ ਰਹਿੰਦੇ ਨੇ। ਤਾਂ ਸਮਝਿਆ ਦਿਵਯ ਬੁੱਧੀ ਕੀ ਕਮਾਲ ਕਰ ਸਕਦੀ ਹੈ। ਸਪਸ਼ਟ ਹੋਇਆ ਨਾ ਦਿਵਯ ਬੁੱਧੀ ਦੀ ਕਮਾਲ ਕੀ ਹੈ। ਅੱਜ ਕੀ ਦੇਖਿਆ ਕਿ ਸਾਰੇ ਬਾਪ ਜੀ ਦੇ ਬੱਚੇ ਸਾਰੇ ਕੇ ਸਾਰੇ ਦਿਵਯ ਬੁੱਧੀ ਵਿਧਾਤਾ ਬਣ ਜਾਂਦੇ ਹਨ। ਟੀਚਰਸ ਨੂੰ ਵੀ ਸੁਣਾਇਆ। ਟੀਚਰਸ ਤਾਂ ਬਾਪ ਸਮਾਨ ਮਾਸਟਰ ਸਿੱਖਸ਼ਕ ਹੋ ਹੀ ਗਈਆਂ ਹਨ। ਟੀਚਰ ਅਰਥਾਤ ਹਰ ਸੰਕਲਪ, ਬੋਲ ਅਤੇ ਹਰ ਸੈਕਿੰਡ ਸੇਵਾ ਵਿੱਚ ਉਪਸਥਿਤ ਰਹਿੰਦੀਆਂ ਹਨ। ਇਹੋ ਜਿਹੇ ਸੇਵਾਧਾਰੀਆਂ ਨੂੰ ਵੀ ਬਾਪ ਦਾਦਾ ਟੀਚਰ ਆਖਦੇ ਹਨ। ਹਰ ਸਮਾਂ ਤੋਂ ਬਾਣੀ ਦੁਆਰਾ ਸੇਵਾ ਨਹੀਂ ਕਰ ਸਕਦੇ ਨਾ, ਕਿਉਂਕਿ ਥੱਕ ਜਾਂਦੇ ਹਨ, ਲੇਕਿਨ ਆਪਣੇ ਫੀਚਰ ਦੁਆਰਾ ਹਰ ਸਮੇਂ ਸੇਵਾ ਕਰ ਸਕਦੇ ਹੋ। ਇਸ ਵਿੱਚ ਥਕਾਵਟ ਨਹੀਂ ਹੋ ਸਕਦੀ। ਇਹ ਤਾਂ ਸਾਰੇ ਕਰ ਸਕਦੇ ਹੋ ਨਾ। ਟੀਚਰਸ ਬੋਲਣ ਦੀ ਸੇਵਾ ਤਾਂ ਯਥਾ ਸ਼ਕਤੀ ਸਮੇਂ ਪ੍ਰਮਾਣ ਹੀ ਕਰਨਗੀ, ਲੇਕਿਨ ਫਰਿਸ਼ਤਾ ਫਿਊਚਰ ਦੇ ਫੀਚਰਸ ਹੋਣ। ਸੰਗਮ ਯੁੱਗ ਦਾ ਫਿਊਚਰ ਹੈਗਾ ਫਰਿਸ਼ਤਾ। ਇਹ ਫੀਚਰਸ ਵਿੱਚ ਦਿਖਾਈ ਦੇਣ ਦੀ ਅੱਛੀ ਚੰਗੀ ਸੇਵਾ ਕਰਨੀ ਚਾਹੀਦੀ ਹੈ। ਜਦੋਂ ਜੜ ਚਿੱਤਰ ਫੀਚਰਸ ਦੁਆਰਾ ਅੰਤਿਮ ਜਨਮ ਤੱਕ ਵੀ ਸੇਵਾ ਕਰ ਰਹੇ ਸਨ, ਤੇ ਤੁਸੀਂ ਚੇਤਨ ਸ੍ਰੇਸ਼ਟ ਆਤਮਾਵਾਂ ਆਪਣੇ ਫੀਚਰਸ ਦੁਆਰਾ
ਹੁਣ ਸਹਿਜ ਸੇਵਾ ਕਿਉਂ ਨਹੀਂ ਕਰ ਸਕਦੇ? ਤੁਹਾਡੇ ਫੀਚਰਸ ਵਿੱਚ ਸਦਾ ਸੁੱਖ ਦੀ, ਸ਼ਾਂਤੀ ਦੀ, ਖੁਸ਼ੀ ਦੀ ਝਲਕ ਵਿਖਣੀ ਚਾਹੀਦੀ ਹੈ। ਕਿਹੋ ਜਿਹੀ ਵੀ ਦੁਖੀ ਅਸ਼ਾਂਤ ਆਤਮਾ ਹੋਵੇ, ਪਰੇਸ਼ਾਨ ਆਤਮਾ ਹੋਵੇ, ਆਪ ਜੀ ਦੇ ਫੀਚਰ ਦੁਆਰਾ ਸਭ ਨੂੰ ਸ੍ਰੇਸ਼ਟ ਫਿਊਚਰ ਦਿਖਾਈ ਦੇਣਾ ਚਾਹੀਦਾ ਹੈ। ਇਹੋ ਜਿਹਾ ਅਨੁਭਵ ਹਰ ਇੱਕ ਨੂੰ ਹੋਵੇ। ਅੰਮ੍ਰਿਤ ਵੇਲੇ ਉੱਠ ਕੇ ਹਰ ਇੱਕ ਆਪਣੇ ਫੀਚਰਸ ਨੂੰ ਚੈੱਕ ਕਰੇ। ਜਿਵੇਂ ਸਰੀਰ ਦੇ ਫੀਚਰਸ ਨੂੰ ਚੈੱਕ ਕਰਦੇ ਹੋ ਨਾ, ਐਵੇਂ ਹੀ ਹੁਣ ਫਰਿਸ਼ਤੇ ਫੀਚਰਸ ਨੂੰ ਵੀ ਖੁਸ਼ੀ ਦੇ, ਸ਼ਾਂਤੀ ਦੇ, ਸੁੱਖ ਦਾ, ਸ਼ਿੰਗਾਰ ਠੀਕ ਹੈਗਾ ਜਾਂ ਨਹੀਂ, ਇਹ ਫੀਚਰਸ ਵੀ ਆਪਣੇ ਚੈੱਕ ਕਰਨੇ ਹੈਗੇ, ਤਾਂ ਸਹਿਜ ਸੇਵਾ ਹੋ ਜਾਵੇਗੀ। ਸਹਿਜ ਲੱਗਦਾ ਹੈ ਨਾ, ਇਹ ਤਾਂ 12 ਘੰਟੇ ਦੀ ਹੀ ਸੇਵਾ ਕਰ ਸਕਦੇ ਹੋ। ਇਹ ਬਾਣੀ ਦੀ ਸੇਵਾ ਤਾਂ 2-4 ਘੰਟੇ ਹੀ ਹੋ ਸਕਦੀ ਹੈ। ਪਲੈਨਿੰਗ ਦਾ ਕੰਮ, ਭਾਸ਼ਣ ਦਾ ਕੰਮ ਕਰਾਂਗੇ ਤੇ ਥੱਕ ਜਾਵਾਂਗੇ। ਇਸ ਵਿੱਚ ਥੱਕਣ ਦੀ ਗੱਲ ਹੀ ਕੋਈ ਨਹੀਂ, ਨੈਚੁਰਲ ਹੈਗਾ। ਜਿਵੇਂ ਅਨੁਭਵੀ ਤੇ ਸਾਰੇ ਹੋ ਨਾ, ਲੇਕਿਨ ਬਾਪ ਦਾਦਾ ਨੇ ਵੇਖਿਆ ਫੋਰਨ ਵਿੱਚ ਕੁੱਤੇ ਅਤੇ ਬਿੱਲੀ ਵੀ ਬੜੇ ਪਾਲਦੇ ਹਨ। ਇਹੋ ਜਿਹੇ ਖਿਡੌਣੇ ਵੀ ਇੱਥੇ ਲਿਆਂਦੇ ਹਨ ਤੇ ਅਨੁਭਵ ਬੜੇ ਚੰਗੇ ਲੱਗਦੇ ਨੇ। ਲੇਕਿਨ ਕਦੀ ਵੀ ਕੁੱਤਾ ਆ ਜਾਂਦਾ, ਕਦੀ ਬਿੱਲੀ ਆ ਜਾਂਦੀ, ਉਸ ਨੂੰ ਨਿਕਾਲਣ ਵਿੱਚ ਫਿਰ ਟਾਈਮ ਲੈ ਜਾਂਦੇ ਹਨ। ਲੇਕਿਨ ਅੱਜ ਸੁਣਾਇਆ ਨਾ, ਮਾਇਆ ਆਪ ਜੀ ਦੀ ਸਫਲਤਾ ਦੀ ਮਾਲਾ ਗਲੇ ਵਿੱਚ ਮਾਲਾ ਹੁੰਦੇ ਹੋਏ ਵੀ ਦਿਖਾਈ ਨਹੀਂ ਦਿੰਦੀ। ਬਾਹਰ ਢੂੰਡਦੇ ਰਹਿੰਦੇ ਹੋ ਕਿ ਸਫਲਤਾ ਮਿਲੇ। ਜਿਵੇਂ ਕਹਾਣੀ ਸੁਣਾਉਂਦੇ ਹਨ ਨਾ ਕਿ ਰਾਣੀ ਦੇ ਗਲੇ ਵਿੱਚ ਹਾਰ ਸੀ, ਫਿਰ ਢੂੰਡਦੀ ਬਾਹਰ ਰਹਿੰਦੀ ਸੀ। ਐਵੇਂ ਹੀ ਨਹੀਂ ਕਰਨਾ ਹੈਗਾ। ਸਫਲਤਾ ਹਰ ਬ੍ਰਾਹਮਣ ਆਤਮਾ ਦਾ ਅਧਿਕਾਰ ਹੈਗਾ। ਸਾਰੀਆਂ ਟੀਚਰਸ ਸਫਲਤਾ ਮੂਰਤ ਹਨ ਤੇ ਪੁਰਸ਼ਾਰਥ ਮੂਰਤ, ਮਿਹਨਤ ਮੂਰਤ ਹਨ। ਪੁਰਸ਼ਾਰਥ ਵੀ ਸਹਿਜ ਪੁਰਸ਼ਾਰਥ ਹੋਣ ਵਾਲਾ ਹੋਵੇ, ਮਿਹਨਤ ਵਾਲਾ ਪੁਰਸ਼ਾਰਥ ਨਹੀਂ। ਅਟੈਂਸ਼ਨ ਰੱਖਣਾ ਹੈ, ਲੇਕਿਨ ਅਟੈਂਸ਼ਨ ਨੂੰ ਟੈਂਸ਼ਨ ਵਿੱਚ ਨਹੀਂ ਬਦਲ ਦੇਣਾ। ਇਹ ਪਤਾ ਵੀ ਨਹੀਂ ਪੈਂਦਾ ਕਿਵੇਂ ਨੈਚੁਰਲ ਅਟੈਂਸ਼ਨ ਟੈਂਸ਼ਨ ਵਿੱਚ ਪੈ ਜਾਂਦਾ ਹੈ। ਦੇਸ਼ ਵਿਦੇਸ਼ ਵਿੱਚ ਸੇਵਾ ਦੀ ਧੂਮ ਤਾਂ ਅੱਛੀ ਕੀਤੀ ਹੈਗੀ। ਭਾਰਤ ਵਿੱਚ ਕਾਨਫਰੰਸਾਂ ਵੀ ਅੱਛੀ ਸਫਲ ਹੋ ਰਹੀਆਂ ਸਨ। ਸਫਲਤਾ ਦੀ ਨਿਸ਼ਾਨੀ ਹੈਗੀ, ਸਫਲਤਾ ਦੀ ਖੁਸ਼ਬੂ ਆਉਣ ਵਾਲੀ ਆਤਮਾਵਾਂ ਨੂੰ ਆਪਣੇ ਉਮੰਗ ਉਤਸ਼ਾਹ ਵਿੱਚ ਅੱਗੇ ਵਧਾਉਂਦੀ ਹੈ। ਚੰਗੀ ਨਿਸ਼ਾਨੀ ਇਹੋ ਹੈਗੀ ਕਿ ਸਭ ਦੇ ਅੰਦਰ ਦੇਖਣ, ਸੁਣਨ, ਪਾਣ ਦੀ ਇੱਛਾ ਵੱਧ ਗਈ ਹੈ। ਇਹ ਅੱਛੀ ਨਿਸ਼ਾਨੀ ਹੈਗੀ। ਇਹ ਨਹੀਂ ਸੋਚਦੇ ਕਿ ਸੰਖਿਆ ਘੱਟ ਹੈਗੀ। ਜੇਕਰ ਅੱਛਾ ਕਰਦੇ ਹੋ ਤੇ ਇੱਛਾ ਵੀ ਵਧੇਗੀ, ਸੰਖਿਆ ਵੀ ਆਪੇ ਵਧੇਗੀ। ਚਾਹੇ ਫੋਰਨ ਵਾਲਿਆਂ ਦੀ ਰਿਟਰੀਟ ਹੋਵੇ, ਚਾਹੇ ਕਾਨਫਰੰਸ ਦੀ ਰਿਟਰੀਟ ਹੋਵੇ, ਦੋਵਾਂ ਦੀ ਰਿਜ਼ਲਟ ਦਿਨ ਪ੍ਰਤੀ ਦਿਨ ਚੰਗੀ ਹੁੰਦੀ ਵਿਖਾਈ ਦਿੰਦੀ ਹੈ। ਸਭ ਤੋਂ ਚੰਗੀ ਰਿਜ਼ਲਟ ਇਹੋ ਹੈਗੀ ਕਿ ਪਹਿਲੇ ਜੋ ਫੋਰਨ ਵਿੱਚ ਕਹਿੰਦੇ ਸੀ ਕਿ ਬ੍ਰਹਮਾ ਕੁਮਾਰੀਆਂ ਦੇ ਨਾਮ ਤੇ ਕੋਈ ਆਏਗਾ ਨਹੀਂ, ਹੁਣ ਡਾਇਰੈਕਟ ਬ੍ਰਹਮਾ ਕੁਮਾਰੀਆਂ ਦੇ ਆਸ਼ਰਮ ਤੇ ਆ ਕੇ ਰਿਟਰੀਟ ਕਰਦੇ ਹਨ। ਰਾਜਯੋਗ ਸਿੱਖਣ ਦੇ ਲਈ ਆਉਂਦੇ ਹਨ। ਇਹ ਸਮਝਦੇ ਹਨ ਤੇ ਇਹ ਪਰਦੇ ਦੇ ਬਾਹਰ ਆਏ ਹਨ। ਘੂੰਘਟ ਤੇ ਖੁੱਲ ਗਿਆ ਹੈ। ਮਧੂਬਨ ਨਿਵਾਸੀ व ਸੇਵਾਦਾਰੀ ਸਾਰੇ ਹੀ ਚਾਹੁੰਦੇ ਹਨ ਕਿ ਭਾਰਤ ਦੇ ਅਨੇਕ ਸਥਾਨਾਂ ਤੇ ਆ ਕੇ ਸੇਵਾ ਕੀਤੀ ਜਾਵੇ। ਮਧੂਬਨ ਨਿਵਾਸੀ ਅਤੇ ਚਾਰੋਂ ਪਾਸਿਆਂ ਦੇ ਸੇਵਾਦਾਰੀਆਂ ਨੇ ਸਨੇਹੇ ਤੋਂ, ਗੱਲਾਂ ਤੋਂ ਨਾ ਵੇਖ, ਆਰਾਮ ਨੂੰ ਨਾ ਵੇਖ, ਚੰਗੀ ਅਥਕ ਸੇਵਾ ਕੀਤੀ ਹੈਗੀ। ਇਸ ਲਈ ਬਾਪ ਦਾਦਾ ਚਾਰੋਂ ਪਾਸਿਆਂ ਦੇ ਅਥਕ ਸੇਵਾ ਦੀ ਸਫਲਤਾ ਨੂੰ ਪ੍ਰਾਪਤ ਕਰਾਉਣ ਵਾਲੇ ਬੱਚਿਆਂ ਨੂੰ, ਵਿਸ਼ੇਸ਼ ਬੱਚਿਆਂ ਨੂੰ ਸੇਵਾ ਦੀ ਮੁਬਾਰਕ, ਦਿਲ ਦੀ ਮੁਬਾਰਕ ਦੇ ਰਹੇ ਸਨ। ਆਵਾਜ਼ ਗੂੰਜਦੀ ਹੋਈ ਚਾਰੋਂ ओर फैल रही है। अच्छा, ਸਾਰੇ ਪਾਸਿਆਂ ਦੇ ਦਿਵਯ ਬੁੱਧੀ, ਰੂਹਾਨੀ ਵਰਦਾਨੀ ਆਤਮਾਵਾਂ ਨੂੰ ਸਦਾ ਬੁੱਧੀ ਬਲ ਨੂੰ ਸਮੇਂ ਪ੍ਰਮਾਣ, ਕਾਰਜ ਪ੍ਰਮਾਣ ਕੰਮ ਵਿੱਚ ਲਿਆਉਣ ਵਾਲੀ ਗਿਆਨ ਸਰੂਪ ਆਤਮਾਵਾਂ ਨੂੰ ਸਦਾ ਆਪਣੇ ਫਰਿਸ਼ਤੇ ਫੀਚਰਸ ਦੁਆਰਾ ਅਖੰਡ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਪੁਰਸ਼ਾਰਥੀ ਆਤਮਾਵਾਂ ਨੂੰ ਬਾਪ ਦਾਦਾ ਜੀ ਦਾ ਯਾਦ, ਪਿਆਰ ਅਤੇ ਨਮਸਤੇ।
ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ, ਨਮਸਤੇ, ਨਮਸਤੇ ਜੀ। ਅੱਜ ਦੀ ਮੁਰਲੀ ਦਾ ਵਰਦਾਨ ਹੈਗਾ, ਸਾਖਸ਼ੀਪਨ ਦੇ ਅਚਲ ਆਸਨ ਤੇ ਵਿਰਾਜਮਾਨ ਰਹਿਣ ਵਾਲੇ ਅਚਲ ਅਡੋਲ ਪ੍ਰਕਿਰਤੀ ਜੀਤ ਭਵ। ਪ੍ਰਕਿਰਤੀ ਚਾਹੇ ਹਲਚਲ ਕਰੇ ਜਾਂ ਆਪਣੇ ਸੁੰਦਰ ਖੇਲ ਵਿਖਾਵੇ, ਦੋਵਾਂ ਵਿੱਚ ਪ੍ਰਕਿਰਤੀ ਪਤੀ ਆਤਮਾਵਾਂ ਸਾਖੀ ਹੋ ਕੇ ਖੇਡ ਖੇਡਦੀਆਂ ਹਨ। ਖੇਡ ਦੇਖਣ ਵਿੱਚ ਤਾਂ ਹਰ ਇੱਕ ਨੂੰ ਮਜ਼ਾ ਆਉਂਦਾ ਹੈ, ਘਬਰਾਉਂਦੇ ਨਹੀਂ। ਜੋ ਤਪੱਸਿਆ ਦੁਆਰਾ ਸਾਖਸ਼ੀਪਨ ਦੀ ਸਥਿਤੀ ਦੇ ਅਚਲ ਆਸਨ ਤੇ ਵਿਰਾਜਮਾਨ ਰਹਿੰਦੇ ਹਨ, ਉਸ ਦਾ ਅਭਿਆਸ ਕਰਦੇ ਹਨ, ਉਹਨਾਂ ਨੂੰ ਪ੍ਰਕਿਰਤੀ ਦੀ ਵਿਅਕਤੀਆਂ ਦੀ ਕੋਈ ਵੀ ਗੱਲ ਹਿਲਾ ਨਹੀਂ ਸਕਦੀ। ਪ੍ਰਕਿਰਤੀ ਅਤੇ ਮਾਇਆ ਦੇ ਪੰਜ ਖਿਲਾੜੀ ਆਪਣਾ ਖੇਡ ਕਰ ਰਹੇ ਹਨ। ਆਪ ਉਸ ਨੂੰ ਸਾਖੀ ਹੋ ਕੇ ਵੇਖੋ ਤਾਂ ਕਹਾਂਗੇ ਅਚਲ ਅਡੋਲ ਅਤੇ ਪ੍ਰਕਿਰਤੀ ਜੀਤ ਆਤਮਾਵਾਂ। ਅੱਜ ਦਾ ਸਲੋਗਨ ਹੈਗਾ, ਮਨ ਬੁੱਧੀ ਨੂੰ ਇੱਕ ਬਾਪ ਵਿੱਚ ਇਕਾਗਰ ਕਰਨ ਵਾਲੇ ਹੀ ਪੂਜਯ ਆਤਮਾ ਬਣਦੇ ਹਨ। ਮਨ ਬੁੱਧੀ ਨੂੰ ਇੱਕ ਬਾਪ ਵਿੱਚ ਇਕਾਗਰ ਕਰਨ ਵਾਲੇ ਹੀ ਪੂਜਯ ਆਤਮਾ ਬਣਦੇ ਹਨ। ਓਮ ਸ਼ਾਂਤੀ।